ਹਰਕਿਰਤ ਸਿੰਘ ਬੱਲ ਵੱਲੋਂ ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁੱਡ ਮਾਰਨਿੰਗ ਸੰਗਤ ਵੇਖ ਰਹੇ ਸਾਰੇ ਸਰੋਤਿਆਂ ਦਾ ਸੰਗਤਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਸਾਰੇ ਹੀ ਚੜ੍ਹਦੀ ਕਲਾ ਵਿੱਚ ਹੋਵੋਗੇ। ਜਿਵੇਂ ਕਿ ਤੁਸੀਂ ਇਸ ਵੇਲੇ ਸਰਵਣ ਕਰ ਰਹੇ ਸੀ ਹੁਕਮਨਾਮਾ ਸਾਹਿਬ ਦਰਬਾਰ ਸਾਹਿਬ ਤੋਂ ਜਿਹੜੀ ਵਿਆਖਿਆ ਹੁੰਦੀ ਹੈ, ਉਸ ਤੋਂ ਬਾਅਦ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਰਾਜਨੀਤਿਕ ਸਮਾਜਿਕ ਧਾਰਮਿਕ ਜਿਹੜੀਆਂ ਗੱਲਬਾਤ ਹੁੰਦੀ ਆ ਉਹਦੇ ਵਿੱਚ ਜ਼ਿਆਦਾਤਰ ਸਾਡਾ ਜਿਹੜਾ ਰਾਜਨੀਤਿਕ ਅਤੇ ਸਮਾਜਿਕ ਮੁਲਾਂਕਣ ਹੁੰਦਾ ਹੈ। ਕਦੇ ਕਦੇ ਅਸੀਂ ਧਾਰਮਿਕ ਵਿਸ਼ਿਆਂ 'ਤੇ ਵੀ ਗੱਲਬਾਤ ਕਰ ਲੈਂਦੇ ਹਾਂ। ਜੇਕਰ ਅੱਜ ਦੀ ਗੱਲਬਾਤ ਕੀਤੀ ਜਾਵੇ ਤਾਂ ਜ਼ਿਆਦਾ ਜਿਹੜਾ ਇਸ ਸਮੇਂ ਮਾਹੌਲ ਜਿਹੜਾ ਖਰਾਬ ਹੋਇਆ ਹੈ ਭਾਰਤ ਦੇ ਵਿੱਚ ਮਹਾਂਮਾਰੀ ਨੂੰ ਲੈ ਕੇ ਪ੍ਰਭਾਵਿਤ ਹੋਇਆ ਸਭ ਤੋਂ ਜ਼ਿਆਦਾ ਭਾਰਤ, ਉਸ ਵਿਸ਼ੇ 'ਤੇ ਅਸੀਂ ਜ਼ਿਆਦਾ ਗੱਲਬਾਤ ਕਰਦੇ ਹਾਂ। ਅੱਜ ਫਿਰ ਜਿਹੜੀਆਂ ਖਬਰਾਂ ਨੇ ਉਹਨਾਂ ਦਾ ਮੁਲਾਂਕਣ ਕਰਾਂਗੇ, ਵਿਸ਼ਲੇਸ਼ਣ ਕਰਾਂਗੇ ਅਤੇ ਤੁਹਾਡੇ ਤੱਕ ਜਿਹੜੀ ਸਹੀ ਜਾਣਕਾਰੀ ਹੈ ਉਹ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਤੁਹਾਡੇ ਸੁਝਾਅ ਹੁੰਦੇ ਨੇ, ਜਿਹੜੇ ਤੁਹਾਡੇ ਪ੍ਰਸ਼ਨ ਹੁੰਦੇ ਆ, ਤੁਹਾਡੇ ਪ੍ਰਸ਼ਨਾਂ ਦਾ ਉੱਤਰ ਦੇਣ ਦੀ ਪੂਰੀ ਸਹੀ ਕੋਸ਼ਿਸ਼ ਕਰਦੇ ਹਾਂ ਅਤੇ ਤੁਹਾਡੇ ਸੁਝਾਵਾਂ ਨੂੰ ਅਸੀਂ ਸਵੀਕਾਰ ਕਰਦੇ ਹਾਂ। ਤੁਹਾਡੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਅਸੀਂ ਸਵੀਕਾਰ ਕਰਕੇ ਮੁਲਾਂਕਣ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦੇ ਜਿਹੜੇ ਵਿਸ਼ੇ ਨੇ ਉਹਦੇ ਵਿੱਚ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਉਹਦੇ ਵਿੱਚ ਸਰਕਾਰਾਂ ਭਾਵੇਂ ਜਿੰਨੇ ਮਰਜ਼ੀ ਦਾਅਵੇ ਕਰਦੀਆਂ ਨੇ, ਪਰ ਜਮਾਖੋਰੀ, ਕਾਲਾ ਬਾਜ਼ਾਰੀ, ਰਿਸ਼ਵਤਖੋਰੀ ਜਿਹੜੇ ਬਹੁਤ ਹੀ ਘਾਤਕ ਸਮਾਜ ਦੇ ਲਈ ਵਿਸ਼ੇ ਨੇ, ਬਹੁਤ ਹੀ ਘਾਤਕ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਜਿਹਦੇ ਕਰਕੇ ਸਮਾਜ ਨਿਘਾਰ ਵੱਲ ਜਾਂਦਾ ਹੈ। ਲਗਾਤਾਰ ਨਿਰੰਤਰ ਜਿਹੜਾ ਵਾਧਾ ਹੁੰਦਾ ਵਿਖਾਈ ਦੇ ਰਿਹਾ, ਜਿੱਥੇ ਇਨਸਾਨੀਅਤ ਦੀ ਇਸ ਸਮੇਂ ਬਹੁਤ ਜ਼ਿਆਦਾ ਵੱਡੀ ਜ਼ਰੂਰਤ ਹੈ, ਪਰ ਇਸ ਦੇ ਉਲਟ ਨਤੀਜੇ ਆ ਰਹੇ ਨੇ। ਜਿਸ ਵੇਲੇ ਮਨੁੱਖਤਾ ਨੂੰ ਸੇਵਾ ਭਾਵਨਾ ਦੀ ਲੋੜ ਹੈ, ਪਰ ਅਜਿਹੇ ਸਮੇਂ ਲੋਕ ਆਪਣੇ ਲੋਭ ਵਸ ਹੋ ਕੇ ਜਮਾਖੋਰੀ, ਕਾਲਾ ਬਾਜ਼ਾਰੀ ਦੇ ਵਿੱਚ ਲੱਗੇ ਹੋਏ ਨੇ। ਕੁਝ ਖਬਰਾਂ ਅਜਿਹੀਆਂ ਹੀ ਆਈਆਂ, ਉਹਦਾ ਅਸੀਂ ਜਿਹੜੀਆਂ ਖਬਰਾਂ ਉਹਨਾਂ ਦਾ ਮੁਲਾਂਕਣ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ, ਖਬਰਾਂ ਦਾ ਮੁਲਾਂਕਣ ਕਰਨ ਲਈ ਸਟੂਡੀਓ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਸਤਿਕਾਰਯੋਗ ਪੱਤਰਕਾਰ ਬਲਵਿੰਦਰ ਸਿੰਘ ਜੰਮੂ ਜੀ। ਜੰਮੂ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਆਖਦੇ ਹਾਂ। ਜੰਮੂ ਜੀ, ਪਹਿਲਾਂ ਅਸੀਂ ਜੇਕਰ ਗੱਲ ਕੀਤੀ ਜਾਵੇ, ਜਿਵੇਂ ਅਸੀਂ ਦੱਸਿਆ ਭਾਰਤ ਦੀ ਸਥਿਤੀ ਬੜੀ ਖਰਾਬ ਹੈ ਇਸ ਵੇਲੇ। ਤਾਂ ਜਿਹੜੀ ਇੱਕ ਜਿਹੜਾ ਬਿਆਨ ਆ ਚੁੱਕਿਆ ਕਿ ਦੁਨੀਆ 'ਚ ਕਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਵਿੱਚ ਹਰ ਇੱਕ ਚੌਥਾ ਵਿਅਕਤੀ ਜਿਹੜਾ ਭਾਰਤੀ ਹੈ ਜੀ। ਦੇਖੋ ਬਲ ਸਾਹਿਬ ਜੀ, ਇਹ ਸਥਿਤੀ ਜਿਹੜੀ ਆ ਇਸ ਕਰਕੇ ਵਿਗੜੀ ਹੈ ਕਿਉਂਕਿ ਸਮਾਂ ਰਹਿੰਦੇ ਜਿਹੜੇ ਆ ਉਹ ਕਦਮ ਨਹੀਂ ਚੁੱਕੇ। ਜੇ ਕਦਮ ਚੁੱਕੇ ਜਾਂਦੇ ਤਾਂ ਸਥਿਤੀ ਸ਼ਾਇਦ ਇਹ ਨਾ ਵਾਪਰਦੀ। ਪਹਿਲਾਂ ਜਦੋਂ ਦਾ ਮਾਮਲੇ ਵਿਗੜਨ ਲੱਗੇ ਸੀ ਤੇ ਸਾਡੇ ਦੇਸ਼ ਨੂੰ ਵੀ ਇਸ ਗੱਲ ਦੀ ਖਬਰ ਸੀਗੀ ਕਿ ਸੈਕੰਡ ਸਟ੍ਰੇਨ ਆਉਣਾ ਜੀ, ਦੂਜੀ ਲਹਿਰ ਆਉਣੀ ਆ। ਹੁਣ ਤਾਂ ਤੀਜੀ ਲਹਿਰ ਦੀ ਗੱਲ ਹੋਣ ਲੱਗੀ ਹੈ ਤੇ ਦੂਜੀ ਲਹਿਰ ਜਿਹੜੀ ਆ ਇਹ ਪਹਿਲੀ ਦੇ ਮੁਕਾਬਲੇ ਜ਼ਿਆਦਾ ਘਾਤਕ ਹੈ, ਜ਼ਿਆਦਾ ਮਾਰੂ ਹੈ। ਇਸ ਕਰਕੇ ਦੇਸ਼ ਦੇ ਵਿੱਚ ਜਿਹੜੇ ਪੀੜਤ ਕੇਸ ਨੇ ਕਰੋਨਾ ਪੋਜ਼ਿਟਿਵ ਦੇ, ਉਹਨਾਂ ਦੀ ਗਿਣਤੀ ਕੱਲ 4,12,000 ਸੀ, ਅੱਜ ਮੇਰੇ ਖਿਆਲ 4,10,000 ਹੈ। ਮਤਲਬ ਇਹ ਗਿਣਤੀ ਵੱਧਦੀ ਗਈ ਹੈ, ਪਿਛਲੇ ਮਤਲਬ ਹੌਲੀ ਹੌਲੀ ਲਗਾਤਾਰ ਵੱਧਦੀ ਜਾ ਰਹੀ ਹੈ। ਤੇ ਅਜੇ ਇਹ ਉਹ ਕੇਸ ਨੇ ਜਿਹੜੇ ਟੈਸਟ ਕੀਤੇ ਗਏ ਨੇ, ਜਿਹੜੇ ਟੈਸਟ ਹੀ ਨਹੀਂ ਕੀਤੇ ਗਏ, ਜਿਹੜੇ ਪਿੰਡਾਂ ਤੱਕ ਪਹੁੰਚ ਹੀ ਨਹੀਂ। ਹਿੰਦੁਸਤਾਨ ਦੀ 65% ਦੀ ਆਬਾਦੀ, 65 ਤੋਂ 70 ਦੇ ਵਿਚਾਲੇ, ਉਹ ਪਿੰਡਾਂ 'ਚ ਰਹਿੰਦੀ ਹੈ ਜੀ। ਉੱਥੇ ਤਾਂ ਟੈਸਟਾਂ ਦੀ ਪਹੁੰਚ ਹੀ ਨਹੀਂ ਗਈ। ਮੇਰੇ ਕੋਲ ਮਤਲਬ ਪੰਜਾਬ ਦੀਆਂ ਰਿਪੋਰਟਾਂ ਨੇ, ਹਰਿਆਣੇ ਦੀਆਂ ਰਿਪੋਰਟਾਂ ਨੇ। ਪਿੰਡਾਂ ਦੇ ਵਿੱਚ ਇੱਕ ਸਿਸਿਆ ਪਿੰਡ ਆ ਹਰਿਆਣੇ ਦਾ, ਜਿਹਦੇ 'ਚ 2 ਹਫ਼ਤਿਆਂ ਦੇ ਵਿੱਚ 25 ਲੋਕ ਮਾਰੇ ਗਏ ਜੀ। 25 ਲੋਕ। ਹੋਰ ਸਾਡੇ ਡਾਕਟਰ ਜਿਨ੍ਹਾਂ ਨਾਲ ਗੱਲਬਾਤ ਕਰੀ ਦੀ ਉਹ ਵੀ ਇਹ ਜਾਣਕਾਰੀ ਦਿੰਦੇ ਆ ਕਿ ਪਿੰਡਾਂ ਦੇ ਲੋਕ ਇੱਕ ਤਾਂ ਟੈਸਟ ਕਰਾਉਣ ਨਹੀਂ ਆਉਂਦੇ ਜੀ, ਤੇ ਉਹ ਇਹ ਕਹਿੰਦੇ ਵੀ ਇਹਨੂੰ 2-3 ਦਿਨ ਖਾਂਸੀ ਹੋਈ ਸੀ, ਬੁਖਾਰ ਚੜਿਆ ਸੀ ਹਲਕਾ ਜਿਹਾ, ਤੇ ਉਹ ਤੋਂ ਬਾਅਦ ਰਾਮ ਨਾਮ ਸੱਤ ਹੋ ਗਈ ਜੀ। ਇਹ ਮਤਲਬ ਹਾਲਤ ਹੈ ਪਿੰਡਾਂ ਦੀ। ਪਿੰਡਾਂ ਦੇ ਇੱਕ ਹੋਰ ਪਿੰਡ ਹਰਿਆਣਾ ਦਾ, ਉੱਥੇ ਵੀ ਗਿਣਤੀ ਇਵੇਂ ਵਧੀ ਹੈ। ਮਤਲਬ ਪਿਛਲੇ 2 ਹਫ਼ਤਿਆਂ ਦੇ ਵਿੱਚ ਉੱਥੇ 30 ਮੌਤਾਂ ਹੋਈਆਂ ਜੀ। ਜੇ ਹਾਲਤ ਹਰਿਆਣਾ ਦੇ ਪਿੰਡਾਂ ਦੀ ਇਹੋ ਜਿਹੀ ਹੈ, ਪੰਜਾਬ ਦੇ ਵੀ ਕੁਝ ਪਿੰਡਾਂ ਦੇ ਵਿੱਚ ਜਿੱਥੇ ਸਾਲ ਦੇ ਵਿੱਚ ਮਤਲਬ 15-20 ਬੰਦੇ ਮਰਦੇ ਸੀਗੇ, ਉੱਥੇ ਪਿਛਲੇ 2-3 ਮਹੀਨਿਆਂ ਦੇ ਵਿੱਚ ਗਿਣਤੀ ਇਵੇਂ ਹੀ ਵੱਧ ਰਹੀ ਹੈ ਜੀ। ਮਤਲਬ ਇਹ ਗਿਣਤੀ ਪਿੰਡਾਂ ਦੇ ਵਿੱਚ ਕਾਫੀ ਤੇਜ਼ੀ ਨਾਲ ਵੱਧ ਰਹੀ ਹੈ। ਤੇ ਜੇ ਇਹਦੇ ਵੱਲ ਧਿਆਨ ਨਾ ਕੀਤਾ ਗਿਆ ਤਾਂ ਇਹ ਹਾਲਤ ਹੋਰ ਵਿਗੜੇਗੀ। ਕੱਲ ਸੁਪਰੀਮ ਕੋਰਟ ਨੇ ਪੁੱਛਿਆ ਕੇਂਦਰ ਸਰਕਾਰ ਨੂੰ ਵੀ ਦੂਜੀ ਤਾਂ ਠੀਕ ਹੈ ਲਹਿਰ ਜਿਹੜੀ ਹੈ, ਸੈਕੰਡ ਸਟ੍ਰੇਨ ਉਹਦੇ ਲਈ ਤਾਂ ਚਲੋ
ਜੋ ਵੀ ਹੈ ਤੁਸੀਂ ਪ੍ਰਬੰਧ ਨਹੀਂ ਕੀਤੇ ਤੇ ਜੇ ਤੀਜੀ ਦੇ ਵਿੱਚ ਬੱਚਿਆਂ ਨੂੰ ਪੀੜਤ ਹੋਣ ਲੱਗੇ ਕੀ ਕਰੋਗੇ ਜੀ। ਕੱਲੇ ਸਾਡੇ ਕੋਲ ਰਿਪੋਰਟਾਂ ਨੇ ਪੰਜਾਬ ਦੀਆਂ ਵੀ ਹਰਿਆਣੇ ਦੀਆਂ ਵੀ ਬੱਚੇ ਵੀ ਇਸ ਲਾਗ ਤੋਂ ਪੀੜਤ ਹੋਣ ਲੱਗ ਗਏ। ਇੱਕ ਰਿਪੋਰਟ ਸਾਡੇ ਕੋਲ ਹਰਿਆਣਾ ਦੀ ਆ ਮਤਲਬ ਜਿਹਦੇ 'ਚ ਇਹ ਕਿਹਾ ਗਿਆ ਕਿ 5042 ਬੱਚੇ ਜਿਹੜੇ ਆ 5 ਸਾਲ ਦੇ ਉਹ ਪੀੜਤ ਨੇ ਜੀ। ਮਤਲਬ 14 ਸਾਲ ਦਿਆਂ ਦੀ ਗਿਣਤੀ ਜਿਹੜੀ ਆ ਉਹ ਇਹ ਤੋਂ ਵੀ ਜ਼ਿਆਦਾ ਹੈ, ਦੁੱਗਣੀ ਤੋਂ ਵੀ ਵੱਧ ਹੈ ਜੀ। ਵੀ ਬੱਚੇ ਹੁਣੇ ਜਿਹੜੀ ਸੈਕੰਡ ਫੇਜ਼ ਆ, ਸੈਕੰਡ ਜਿਹੜੀ ਸਟੇਨ ਆ ਉਹਦੇ ਨਾਲ ਪੀੜਤ ਹੋਣ ਲੱਗ ਗਏ। ਪਹਿਲਾਂ ਬੱਚਿਆਂ ਬਾਰੇ ਪਹਿਲਾਂ ਕਿਹਾ ਜਾਂਦਾ ਸੀ ਉਹਨਾਂ 'ਚ ਇਮਿਊਨਿਟੀ ਦਾ ਲੈਵਲ ਜ਼ਿਆਦਾ ਹੁੰਦਾ, ਪਰ ਜੋ ਅੰਕੜੇ ਆਉਣ ਲੱਗੇ ਆ ਦਿੱਲੀ ਦੇ ਵਿੱਚ ਵੀ ਬੱਚੇ ਪੀੜਤ ਹੋਣ ਲੱਗੇ ਆ, ਪੰਜਾਬ 'ਚ ਵੀ, ਮਤਲਬ ਇਹ ਇੱਕ ਬੜੀ ਡਰਾਉਣੀ ਜੀ ਪਿਕਚਰ ਜਿਹੜੀ ਆ ਉਹ ਸਾਹਮਣੇ ਆ ਰਹੀ ਆ। ਤੇ ਦੂਜੇ ਪਾਸੇ ਸਾਡੇ ਕੋਲ ਅਜੇ ਵੀ ਪ੍ਰਬੰਧ ਨਹੀਂ ਹੋ ਸਕੇ। ਪ੍ਰਬੰਧ ਜਿਵੇਂ ਕੇਸ ਵੱਧਦੇ ਜਾ ਰਹੇ ਆ ਜੀ, ਉਹਨਾਂ ਦੇ ਮੁਕਾਬਲੇ ਜਿਹੜੇ ਸਾਡੇ ਪ੍ਰਬੰਧ ਆ ਉਹ ਨੰਗੂਣੇ ਨੇ, ਮਤਲਬ ਘੱਟ ਨੇ, ਬਹੁਤ ਪਿੱਛੇ ਨੇ। ਤੇ ਯੂਪੀ ਦੀਆਂ ਤਾਂ ਅਸਲ ਪਿਕਚਰ ਆ ਹੀ ਨਹੀਂ ਰਹੀ ਜੀ। ਯੂਪੀ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਪੰਚਾਇਤ ਚੋਣਾਂ ਦੇ ਵਿੱਚ ਹੀ ਵੱਡੀ ਪੱਧਰ ਤੇ ਜਿਹੜੇ ਕਰਮਚਾਰੀ ਲਾਏ ਸੀ, ਅਧਿਆਪਕ ਸੀਗੇ, ਹੋਰ ਕਰਮਚਾਰੀ, ਉਹਨਾਂ ਦੀ ਵੱਡੀ ਗਿਣਤੀ 'ਚ ਮੌਤਾਂ ਹੋਈਆਂ ਜੀ। ਉਹਨਾਂ 'ਚ 500 ਤੋਂ ਉੱਪਰ ਤਾਂ ਅਧਿਆਪਕ ਹੀ ਕਿਹਾ ਜਾਂਦਾ ਜਿਨ੍ਹਾਂ ਦੀ ਡੈਥ ਹੋ ਗਈ, ਜਿਹੜੇ ਕਰੋਨਾ ਤੋਂ ਪੋਜ਼ਿਟਿਵ ਸੀ ਜੀ। ਕੁੱਲ ਮਿਲਾ ਕੇ 20,000 ਮੌਤਾਂ ਹੋਈਆਂ। ਇਹ ਵੱਡਾ ਅੰਕੜਾ ਹੈਗਾ। ਮਤਲਬ ਇਹ ਉੱਥੋਂ ਦੀਆਂ ਜਿਹੜੀਆਂ ਵੱਖ-ਵੱਖ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਉਹਨਾਂ ਨੇ ਦਾਅਵਾ ਕੀਤਾ ਹੈਗਾ ਜੀ। ਇਹ ਗਿਣਤੀ ਇਵੇਂ ਵੱਧ ਰਹੀ ਹੈ ਤੇ ਆਕਸੀਜਨ ਨੂੰ ਲੈ ਕੇ ਰੌਲਾ ਪੈ ਰਿਹਾ। ਕੱਲ ਪੰਜਾਬ ਦੇ ਜਿਹੜੇ ਆ ਸੰਸਦ ਮੈਂਬਰ ਨੇ ਵਰਚੁਅਲ ਮੀਟਿੰਗ ਕੀਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੀ। ਉਹਦੇ ਵਿੱਚ ਵੀ ਇਹ ਸਵਾਲ ਆਇਆ ਕਿ ਕੇਂਦਰ ਸਾਡੇ ਨਾਲ ਜਿਹੜਾ ਦਵਾਈਆਂ ਦੇ ਮਾਮਲੇ ਦੇ ਵਿੱਚ, ਆਕਸੀਜਨ ਦੇ ਮਾਮਲੇ ਦੇ ਵਿੱਚ, ਪੈਸਾ ਦੇਣ ਦੇ ਮਾਮਲੇ 'ਚ ਹਰੇਕ ਖੇਤਰ ਦੇ ਵਿੱਚ ਵਿਤਕਰਾ ਕਰ ਰਿਹਾ, ਡਿਸਕ੍ਰਿਮੀਨੇਸ਼ਨ ਕਰ ਰਿਹਾ ਜੀ। ਉੱਥੇ ਵੀ ਇੱਕ ਸਲਾਹ ਆਈ ਵੀ ਜਿਵੇਂ ਦਿੱਲੀ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ, ਪੰਜਾਬ ਸਰਕਾਰ ਨੂੰ ਵੀ ਹਾਈ ਕੋਰਟ ਦਾ ਰੁਖ ਕਰਨਾ ਚਾਹੀਦਾ, ਉੱਥੇ ਜਾ ਕੇ ਆਪਣਾ ਕੇਸ ਰੱਖਣਾ ਚਾਹੀਦਾ ਵੀ ਆਹ ਕੇਂਦਰ ਸਾਡੇ ਨਾਲ ਧੱਕਾ ਕਰ ਰਿਹਾ ਜੀ। ਤੇ ਉਹ ਆਪੇ ਹਾਈ ਕੋਰਟ ਡਾਇਰੈਕਸ਼ਨ ਦੇਵੇ ਜੇ ਇਸ ਪਾਸੇ ਵੱਲ ਨੂੰ ਤੁਰਨਾ ਚਾਹੀਦਾ। ਇਹ ਇੱਕ ਸਥਿਤੀ ਹੈਗੀ ਵੀ ਹਾਈ ਕੋਰਟ ਦਾ ਮਤਲਬ ਕੇਂਦਰ ਨੇ ਹਾਈ ਕੋਰਟ ਸੁਪਰੀਮ ਕੋਰਟ ਨੇ ਕੱਲ ਕੇਂਦਰ ਸਰਕਾਰ ਨੂੰ ਕਿਹਾ ਵੀ ਦਿੱਲੀ ਨੂੰ ਲਗਾਤਾਰ 700 ਮੀਟ੍ਰਿਕ ਟਨ ਗੈਸ ਆਕਸੀਜਨ ਦਿੱਤੀ ਜਾਵੇ। ਕੇਂਦਰ ਸਰਕਾਰ ਨੇ ਕਿਹਾ ਵੀ ਜੇ ਦਿੱਲੀ ਨੂੰ ਇੰਨੀ ਦੇਵਾਂਗੇ ਤਾਂ ਫਿਰ ਬਾਕੀ ਸੂਬਿਆਂ ਨੂੰ ਘੱਟ ਦਿੱਤੀ ਜਾਏਗੀ ਜੀ। ਤੋ ਇਸ ਕਰਕੇ ਸਭ ਤੋਂ ਵੱਧ ਲੋੜ ਹੈ ਇਸ ਸਮੇਂ ਆਕਸੀਜਨ ਪੈਦਾ ਕਰਨ ਦੀ ਆ। ਮਤਲਬ ਆਕਸੀਜਨ ਵੱਲ ਜ਼ੋਰ ਲਾਇਆ ਜਾਣਾ ਚਾਹੀਦਾ ਤਾਂ ਕਿ ਆਕਸੀਜਨ ਖੁਣੋਂ ਲੋਕ ਨਾ ਮਰਨ। ਬਾਕੀ ਦਵਾਈਆਂ ਦੀ ਕਾਲਾ ਬਾਜ਼ਾਰੀ ਤਾਂ ਸਾਡੇ ਦੇਸ਼ ਦੇ ਵਿੱਚ ਚੱਲ ਹੀ ਰਹੀ ਆ ਜੀ। ਜਿਹੜੀਆਂ ਦਵਾਈਆਂ ਦੇ ਰੈਮਡੇਸਿਵਰ ਦੇ ਟੀਕੇ ਆ, ਇੰਜੈਕਸ਼ਨ ਆ, ਜਿਹੜੇ ਕੱਲ ਭਾਖੜਾ ਚੋਂ ਮਿਲੇ ਆ, ਮਤਲਬ ਉਹ ਆਪਣੀ ਕਹਾਣੀ ਦੱਸਦੇ। ਉਹਦੇ ਬਾਰੇ ਜ਼ਿਆਦਾਤਰ ਕਿਹਾ ਜਾਂਦਾ ਵੀ ਉਹ ਨਕਲੀ ਸੀਗੇ ਜੀ। ਉਹ ਕਿੱਥੋਂ ਉਹਦੇ 'ਚ ਸੁੱਟੇ ਗਏ ਹੋਣਗੇ ਉਹਦਾ ਪਤਾ ਕਰਨ ਦੀ ਲੋੜ ਆ। ਮਤਲਬ ਇਹ ਲੱਭਣ ਨਾ ਲੱਭਣ ਪਤਾ ਨਹੀਂ ਕਿਹਨੇ ਬਣਾਏ ਸੀਗੇ। ਪਹਿਲਾਂ ਗੁਜਰਾਤ ਦੇ ਵਿੱਚ ਵੀ ਨਕਲੀ ਜਿਹੜੇ ਰੈਮਡੇਸਿਵਰ ਤੇ ਹੋਰ ਦਵਾਈਆਂ ਦੇ ਮਾਮਲਾ ਸਾਹਮਣੇ ਆਇਆ ਸੀਗਾ। ਮਤਲਬ ਸਾਡੇ ਦੇਸ਼ ਦੇ ਵਿੱਚ ਇਨਸਾਨੀ ਜਾਨਾਂ ਦਾ ਕੋਈ ਕਿਸੇ ਨੂੰ ਨਹੀਂ ਪੈਸੇ ਕਮਾਉਣ ਦਾ ਹੈਗਾ ਵੀ ਕਾਲਾ ਬਾਜ਼ਾਰੀ ਨਾਲ ਪੈਸੇ ਕਮਾਏ ਜਾਣ। ਅਜੇ ਤੱਕ ਸਾਡੇ ਦੇਸ਼ ਦੇ ਵਿੱਚ ਇਹ ਨਹੀਂ ਹੋਇਆ। ਮਤਲਬ ਜਿਹੜੇ ਲੋਕ ਖਾਣੇ ਦੇ ਵਿੱਚ ਮਿਲਾਵਟ ਕਰਦੇ ਆ, ਘਿਓ ਦੇ ਵਿੱਚ ਮਿਲਾਵਟ ਕਰਦੇ ਆ, ਹੋਰ ਚੀਜ਼ ਤੇਲ 'ਚ ਮਿਲਾਵਟ ਕਰਦੇ ਆ ਜੀ, ਮਤਲਬ ਹਲਦੀ ਦੇ ਵਿੱਚ ਮਿਲਾਵਟ ਕਰਦੇ, ਮਤਲਬ ਬਹੁਤ ਸਾਰੇ ਮਸਾਲਿਆਂ 'ਚ ਮਿਲਾਵਟ ਕਰਦੇ, ਉਹਨਾਂ ਦੇ ਖਿਲਾਫ ਕਦੇ ਕੋਈ ਖਾਸ ਕਾਰਵਾਈ ਨਹੀਂ ਹੋਈ। ਸਾਡੇ ਦੇਸ਼ ਦੇ ਵਿੱਚ ਤਾਂ ਉਲਟਾ ਕੰਮ ਜਿਹੜਾ ਚੱਲ ਰਿਹਾ ਜੀ। ਇਸ ਕਰਕੇ ਇਹਨਾਂ ਸਾਰੇ ਮਾਮਲਿਆਂ ਦੇ ਉੱਪਰ ਮਤਲਬ ਹੁਣ ਤਾਂ ਮੁੱਖ ਮਾਮਲਾ ਹੀ ਕਰੋਨਾ ਹੋ ਗਿਆ। ਕਰੋਨਾ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ। ਉਹਦੇ ਲਈ ਜਿੰਨੇ ਵੀ ਸਾਧਨ ਜਿਹੜੇ ਇਹਦੇ ਪਾਸੇ ਲਾਏ ਜਾਣੇ ਚਾਹੀਦੇ ਜੀ। ਤੇ ਫੌਜ ਦੇ ਦਿੱਲੀ ਸਰਕਾਰ ਨੇ ਫੌਜ ਦੀ ਮਦਦ ਮੰਗੀ ਸੀਗੀ। ਮੈਨੂੰ ਲੱਗਦਾ ਕਿ ਪੂਰੇ ਦੇਸ਼ ਨੂੰ ਹੀ ਫੌਜ ਦੀ ਮਦਦ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ। ਫੌਜ ਨੂੰ ਕਾਫੀ ਕੰਮ ਦਿੱਤਾ ਜਾਣਾ ਚਾਹੀਦਾ, ਜਿਹੜਾ ਉਹ ਹਸਪਤਾਲਾਂ ਦਾ ਹੋਵੇ, ਜੋ ਵੀ ਹੈਗਾ। ਲੋਕਾਂ ਦੀਆਂ ਮੌਤਾਂ ਇਲਾਜ ਖੁਣਾ ਨਾ ਹੋਣ, ਪਰ ਸਾਡੇ ਦੇਸ਼ ਦੇ ਵਿੱਚ ਮੌਤਾਂ ਹੋ ਰਹੀਆਂ। ਜੋ ਸਰਕਾਰੀ ਅੰਕੜਾ ਪੇਸ਼ ਕੀਤਾ ਜਾ ਰਿਹਾ, ਮਤਲਬ 3900 ਤੋਂ ਉੱਪਰ ਅੱਜ ਮੌਤਾਂ ਨੇ ਜਿਹੜੀਆਂ ਕੱਲ੍ਹ ਦੀਆਂ ਨੇ। ਮਤਲਬ ਗਿਣਤੀ ਇਹਦੇ ਤੋਂ ਵੀ ਵੱਧ ਹੈ ਜੀ। ਇਹ ਤਾਂ ਇੱਕ ਸਰਕਾਰੀ ਅੰਕੜਾ। ਯੂਪੀ ਬਾਰੇ ਕਿਹਾ ਜਾਂਦਾ ਵੀ ਉੱਥੋਂ ਦੀ ਹਕੀਕੀ ਸਥਿਤੀ ਸਾਹਮਣੇ ਨਹੀਂ ਆ ਰਹੀ। ਮਤਲਬ ਉੱਥੇ ਕਿਹਾ ਜਾ ਰਿਹਾ ਵੀ ਇਹ ਨਹੀਂ ਦੇਣਾ, ਮਤਲਬ ਜੋ ਸਰਕਾਰ ਕਰ ਰਹੀ ਉਹ ਦੱਸਣਾ। ਲੋਕਾਂ ਦੇ ਵਿੱਚ ਉੱਥੇ ਵੀ ਗੁੱਸਾ ਹੈ, ਰੋਸ ਹੈ। ਜਿਹੜੀ ਮਤਲਬ ਜੇ ਪੰਚਾਇਤ ਚੋਣਾਂ ਹੀ ਲੈ ਲਈਆਂ ਜਾਣ,
ਤਾਂ ਉਹਦੇ 'ਚ ਜਿੰਨੇ ਮੁਲਾਜ਼ਮਾਂ ਦੀ ਡੈਥ ਹੋਈ ਕਰੋਨਾ ਨਾਲ, ਉਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈਗੀ ਜੀ। ਮਤਲਬ ਤੁਸੀਂ ਉਹਨਾਂ ਨੂੰ ਮੁਲਾਜ਼ਮਾਂ ਨੂੰ ਕਰੋਨਾ ਵਾਰੀਅਰ ਦਾ ਦਰਜਾ ਨਹੀਂ ਦਿੱਤਾ, ਜਦੋਂ ਕਿ ਲੋੜ ਸੀਗੀ। ਜਿਹੜੇ ਸੰਕਟ ਸਮੇਂ ਕੰਮ ਕਰਦੇ ਆ ਉਹਨਾਂ ਨੂੰ ਦਰਜਾ ਦੇਣ ਦੀ ਲੋੜ ਸੀਗੀ, ਤਾਂ ਕਿ ਇਹ ਪ੍ਰੋਬਲਮ ਜੇ ਆਉਂਦੀ ਹੈ ਤਾਂ ਪੀੜਤਾਂ ਦੀ ਮਦਦ ਹੋ ਸਕੇ, ਉਹਨਾਂ ਦੇ ਵਾਰਸਾਂ ਦੀ ਜ਼ਿੰਦਗੀ ਤਾਂ ਸੁਖਾਲੀ ਨਿਕਲ ਸਕੇ। ਮਤਲਬ ਇਹ ਸਾਡੇ ਦੇਸ਼ ਦੀ ਹਕੀਕਤ ਹੈ ਕਿ ਕੇਂਦਰ ਸਰਕਾਰ ਜਿਹੜੀ ਸਾਡੀ ਹੈ ਉਹ ਦਾ ਖਾਬ ਜਿਹੜਾ ਮਤਲਬ ਚੋਣਾਂ ਲੜਨਾ, ਚੋਣਾਂ ਜਿੱਤਣਾ, ਚੋਣਾਂ ਦੇ ਵੱਲ ਧਿਆਨ ਹੈ, ਸੱਤਾ ਦੇ ਕਬਜ਼ਾ, ਮਤਲਬ ਇਹ ਹੈਗਾ। ਮਤਲਬ ਇੱਕ ਵਿਸ਼ਵ ਦੇ ਜਿਹੜੇ ਮਤਲਬ ਵੱਡੇ ਇੰਟੈਲੈਕਚੁਅਲ ਨੇ ਜੀ, ਰਿਚਰਡ ਸ਼ਰਮਾ, ਉਹਨਾਂ ਨੇ ਇਹਦੇ ਬਾਰੇ ਲਿਖਿਆ ਹੈ, ਆਪਣੀ ਇੰਟਰਵਿਊ ਦਿੱਤੀ ਉਹਨਾਂ ਕਿਹਾ ਵੀ ਜਦੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਸੱਤਾ ਸੰਭਾਲੀ ਸੀ ਉਹਨਾਂ ਕਿਹਾ ਸੀ ਕਿ ਅਸੀਂ ਜਿਹੜਾ ਨਾ ਵੱਧ ਤੋਂ ਵੱਧ ਜਿਹੜਾ ਨਾ ਕੰਮ ਕਰਾਂਗੇ ਤੇ ਘੱਟ ਤੋਂ ਘੱਟ ਗਵਰਨੈਂਸ ਹੋਏਗੀ ਜੀ। ਨਾਰਾ ਇਹ ਲਾਇਆ ਸੀਗਾ ਤੇ ਕੰਮ ਉਲਟਾ ਕੀਤਾ ਉਹਨਾਂ ਨੇ। ਸਾਰੀਆਂ ਤਾਕਤਾਂ ਹੌਲੀ ਹੌਲੀ ਆਪਣੇ ਹੱਥ 'ਚ ਕੇਂਦਰਿਤ ਕਰ ਲਈਆਂ ਜੀ। ਇਸ ਕਰਕੇ ਉਹਨਾਂ ਨੇ ਜਿਹੜੀਆਂ ਲੋੜਾਂ ਸੀਗੀਆਂ, ਜਿਹੜਾ ਪ੍ਰਬੰਧ ਸੀਗਾ ਜੀ, ਜਿਹੜਾ ਸਾਡਾ, ਉਹ ਕਹਿੰਦੇ ਵੀ ਹੈਲਥ ਸਿਸਟਮ ਸਾਡਾ ਪੁਰਾਣਾ ਹੈ, ਹੈਲਥ ਸਿਸਟਮ 'ਚ ਜਿਹੜੇ ਸੁਧਾਰ ਕਰਨੇ ਸੀ, ਜਿਹੜਾ ਸਮੇਂ ਰਹਿੰਦੇ ਕਦਮ ਚੁੱਕਣੇ ਸੀ, ਉਹ ਤਾਂ ਇਸ ਸਰਕਾਰ ਨੇ ਚੁੱਕੇ ਨਹੀਂਗੇ। ਉਹਦੀ ਕੀਮਤ ਜਿਹੜੀ ਆ ਆਮ ਜਨਤਾ ਨੂੰ ਚੁਕਾਉਣੀ ਪੈ ਰਹੀ ਹੈ, ਉਹ ਆਪਣੀਆਂ ਜਾਨਾਂ ਦੇ ਰੂਪ 'ਚ ਚੁਕਾਉਣੀ ਪੈ ਰਹੀ ਹੈ ਜੀ। ਸੋ ਇਸ ਕਰਕੇ ਉਹਨਾਂ ਦਾ ਵੀ ਕਹਿਣਾ ਕਿ ਮੋਦੀ ਸਰਕਾਰ ਜਿਹੜੀ ਆ ਇਸ ਮਾਮਲੇ ਦੇ ਵਿੱਚ ਫੇਲ ਹੋ ਚੁੱਕੀ ਹੈ। ਬਾਕੀ ਵਿਰੋਧੀ ਪਾਰਟੀਆਂ ਤਾਂ ਕਹਿ ਰਹੀਆਂ, ਹੁਣ ਵੀ ਦੇਖੋ ਇੱਕ ਮਤਲਬ ਅਜੀਬ ਹਾਲਤ ਹੈ। ਮਤਲਬ ਇੱਕ ਟੀਮ ਜਿਹੜੀ ਬੰਗਾਲ ਭੇਜੀ ਹੋਈ ਕੇਂਦਰ ਸਰਕਾਰ ਨੇ, ਵੀ ਇੱਕ ਕੇਂਦਰੀ ਗ੍ਰਹਿ ਰਾਜ ਮੰਤਰੀ ਵੀ ਉੱਥੇ ਗਿਆ ਹੋਇਆ, ਉੱਥੇ ਟੋਟਲ 14 ਮੌਤਾਂ ਹੋਈਆਂ ਤੇ ਜੇ ਕਰੋਨਾ ਨਾਲ ਸਾਡੇ ਦੇਸ਼ ਦੇ ਵਿੱਚ 4000 ਦੇ ਕਰੀਬ ਮੌਤਾਂ ਹੋ ਰਹੀਆਂ, ਉਸ ਪਾਸੇ ਧਿਆਨ ਨਹੀਂ ਦੇਣ ਦਾ ਹੈਗਾ। ਉੱਥੇ ਵੀ ਇੱਕ ਗੱਲ ਜਿਹੜੀ ਹੈ ਆ ਰਹੀ ਹੈ, ਜਿਹੜਾ ਗਵਰਨਰ ਹੈ ਉੱਥੇ ਧਨਖੜ ਜੀ, ਉਹਨਾਂ ਨੇ ਜਦੋਂ ਸਹੁੰ ਚੁੱਕੀ ਮਤਲਬ ਮਮਤਾ ਬੈਨਰਜੀ ਨੇ, ਉਹਨੂੰ ਕਿਹਾ ਵੀ ਮੌਤਾਂ ਹੋ ਰਹੀਆਂ ਸੂਬੇ 'ਚ, ਉਹਨੇ ਕਿਹਾ ਜੀ ਮੇਰੀ ਫਸਟ ਪ੍ਰਾਇੋਰਟੀ ਜਿਹੜੀ ਆ ਉਹ ਕਰੋਨਾ ਹੈ, ਸੈਕੰਡ ਪ੍ਰਾਇੋਰਟੀ ਇਹ ਹੈ ਜਿੰਨੀ ਹਿੰਸਾ ਹੋਈ। ਤੇ ਜਿਹੜੇ ਪਿਛਲੇ 2.5 ਮਹੀਨੇ ਲੰਘੇ ਆ ਉਹਨਾਂ 'ਚ ਤਾਂ ਮੇਰੇ ਕੋਲ ਰਾਜ ਭਾਗ ਹੀ ਨਹੀਂ ਸੀ, ਉਹਦੇ ਕੋਲ ਤਾਂ ਚੋਣ ਕਮਿਸ਼ਨ ਕੋਲ ਸੀਗਾ। ਮੈਂ ਤਾਂ ਅੱਜ ਸਹੁੰ ਚੁੱਕੀ ਹੈ ਨਾ, ਅੱਜ ਤੋਂ ਮੇਰੀ ਨਿਗਰਾਨੀ 'ਚ ਹੈ, ਹੁਣ ਮੈਂ ਇਹਦੀ ਟੇਕ ਕੇਅਰ ਕਰੂੰਗੀ। ਪਰ ਹੁਣ ਕੇਂਦਰ ਸਰਕਾਰ ਨੇ ਜਿਹੜੀਆਂ ਆਪਣੀਆਂ ਟੀਮਾਂ ਭੇਜੀਆਂ, ਰਾਜਪਾਲ ਨੂੰ ਵੀ ਕਿਹਾ ਰਿਪੋਰਟ ਦਿਓ, ਟੀਮ ਨੂੰ ਵੀ, ਮਤਲਬ ਇਹ ਸਾਰਾ ਮਤਲਬ ਤੁਸੀਂ ਅਜੇ ਵੀ ਜਿਹੜਾ ਤੁਹਾਡੀ ਪ੍ਰਾਇੋਰਟੀ ਕੁਝ ਹੋਰ ਹੈ ਜੀ, ਅਜੇ ਵੀ ਕਰੋਨਾ ਪ੍ਰਾਇੋਰਟੀ ਨਹੀਂ ਬਣਿਆ। ਪ੍ਰਧਾਨ ਮੰਤਰੀ ਇੱਕ ਪਾਸੇ ਕਹਿੰਦੇ ਵੀ ਸੂਬਾ ਸਰਕਾਰਾਂ ਨੂੰ, ਕੱਲ ਉਹਨਾਂ ਨੇ ਇਹਦੀ ਵਿਆਖਿਆ ਕੀਤੀ, ਮਤਲਬ ਸਮੀਖਿਆ ਕੀਤੀ ਹੈ ਵੀ ਦੇਸ਼ ਦੇ ਵਿੱਚ ਕਰੋਨਾ ਦੀ ਕੀ ਹਾਲਤ ਆ। ਉੱਥੇ ਉਹਨਾਂ ਨੇ ਰਾਜ ਸਰਕਾਰਾਂ ਨੂੰ ਕਿਹਾ ਵੀ ਵੈਕਸੀਨੇਸ਼ਨ ਢਿੱਲ ਨਾ ਹੋਣ ਦਿੱਤੇ ਜਾਵੇ ਜੀ, ਤੇ ਰਾਜ ਸਰਕਾਰਾਂ ਮੰਗ ਕਰ ਰਹੀਆਂ ਵੀ ਸਾਨੂੰ ਵੈਕਸੀਨੇਸ਼ਨ ਦਿਓ ਤਾਂ ਸਹੀ। ਵੈਕਸੀਨੇਸ਼ਨ ਹੀ ਸਾਡੇ ਕੋਲ ਹੈਗੀ ਤੇ ਲਾਈਏ ਕੀ? ਮਤਲਬ ਕੇਂਦਰ ਦੇ ਬਾਰੇ ਕੀ ਕਿਹਾ ਜਾਵੇ ਜੀ, ਇਹ ਦੇਸ਼ ਦੇ ਪ੍ਰਧਾਨ ਸੇਵਕ ਬਾਰੇ ਕੀ ਕਿਹਾ ਜਾਵੇ ਵੀ ਲੋੜ ਵੈਕਸੀਨੇਸ਼ਨ ਦੀ ਹੈ, ਵੈਕਸੀਨ ਹੈ ਨਹੀਂ, ਵੈਕਸੀਨ ਘੱਟ ਹੈ ਜੀ। ਮਤਲਬ ਇਹੋ ਜੀ ਹਾਲਤ ਸਾਡੇ ਦੇਸ਼ ਦੀ ਹੈਗੀ ਆ। ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਜਿਹੜੇ ਆ ਪੈਸਾ ਕਮਾਉਣ ਵਾਲੇ ਪਾਸੇ, ਉਹਦੇ 'ਚ ਪ੍ਰਾਈਵੇਟ ਡਾਕਟਰ ਵੀ ਲੁੱਟ ਰਹੇ, ਪ੍ਰਾਈਵੇਟ ਹਸਪਤਾਲ ਵੀ ਲੁੱਟ ਰਹੇ, ਪਰ ਕੁਝ ਇਹ ਵੀ ਹੈਗਾ ਵੀ ਜਿਹੜੇ ਜਾਨ ਬਚਾਉਣ 'ਤੇ ਵੀ ਲੱਗੇ ਹੋਏ ਆ। ਕਈਆਂ ਡਾਕਟਰਾਂ ਦੀਆਂ ਜਾਨਾਂ ਗਈਆਂ, ਅਸੀਂ ਸਾਰਿਆਂ ਨੂੰ ਦੋਸ਼ ਨਹੀਂ ਦੇ ਸਕਦੇ। ਕਈ ਵਾਰੀ ਕੋਈ ਕਿਸੇ ਦਾ ਜਿਹੜਾ ਘਰ ਦਾ ਪਿਆਰਾ ਆਕਸੀਜਨ ਦੀ ਕਮੀ ਕਰਕੇ ਮਾਰਿਆ ਜਾਂਦਾ, ਉਹ ਡਾਕਟਰਾਂ ਦੇ ਗਲ ਪੈ ਜਾਂਦੇ, ਜਿਹੜਾ ਕਿ ਇੱਕ ਮੰਦਭਾਗਾ ਰੁਝਾਨ ਹੈਗਾ। ਸਾਡੇ ਡਾਕਟਰ ਜਿਹੜੇ ਆ ਉਹ 24 ਘੰਟਿਆਂ ਦੇ ਵਿੱਚ 18 ਘੰਟੇ ਕੰਮ ਕਰ ਰਹੇ ਜੀ। ਮਤਲਬ ਉਹਨਾਂ ਨੂੰ ਇਹ ਪਤਾ ਹੀ ਨਹੀਂਗਾ ਵੀ ਉਹ ਕਿੰਨਾ ਕੰਮ ਕਰ ਰਹੇ। ਉਹਨਾਂ ਨੇ ਲੋਕਾਂ ਦਾ ਜਿਹੜਾ ਟੀਚਾ, ਲੋਕਾਂ ਦੀਆਂ ਜਾਨਾਂ ਬਚਾਉਣ ਦਾ ਮਿਥਿਆ ਹੋਇਆ, ਤੇ ਉਹਨਾਂ ਦੀ ਮਦਦ ਕਰ ਰਹੇ ਲੋਕਾਂ ਦੀ ਜੀ। ਪਰ ਸਾਡੇ ਦੇਸ਼ ਦਾ ਜਿਹੜਾ ਪ੍ਰਸ਼ਾਸਨ ਹੈ, ਸਾਡੇ ਦੇਸ਼ ਦੀ ਜਿਹੜੀ ਸਰਕਾਰ ਹੈ, ਕੇਂਦਰ ਸਰਕਾਰ ਹੈ, ਸੂਬਾ ਸਰਕਾਰਾਂ, ਇਸ ਮਾਮਲੇ ਦੇ ਵਿੱਚ ਉਹ ਕਾਫੀ ਫੇਲ ਹੋਈਆਂ ਨੇ ਜੀ। ਅੱਜ ਹੀ ਮੈਂ ਇੱਕ ਹੋਰ ਜਿਹੜੀ ਆ, ਇਹ ਬੰਬੇ ਜਿਹੜੀ ਆ ਨਗਰ ਨਿਗਮ, ਜਿਹਨੂੰ BMC ਕਹਿ ਦਿੰਦੇ ਆ, ਉਹਦੇ ਵਿੱਚ ਇੱਕ ਸੀਨੀਅਰ ਅਧਿਕਾਰੀ ਚਹਿਲ ਨੇ, ਉਹਨਾਂ ਦੀ ਇੱਕ ਇੰਟਰਵਿਊ ਪੜ੍ਹ ਰਿਹਾ ਸੀਗਾ। ਉਹਨਾਂ ਦਾ ਕਹਿਣਾ ਹੈ ਵੀ ਅਸੀਂ ਪਿਛਲੇ ਸਾਲ ਜੋ ਹਾਲਤ ਹੋਈ ਸੀ ਉਹਦਾ ਅੰਦਾਜ਼ਾ ਪਹਿਲਾਂ ਕਰ ਲਿਆ ਸੀ, ਇਸ ਕਰਕੇ ਅਸੀਂ ਆਕਸੀਜਨ ਦੀ
ਜਿਹੜੀ ਆ ਉਹ ਪ੍ਰੋਡਕਸ਼ਨ ਪਹਿਲਾਂ ਸ਼ੁਰੂ ਕਰਤੀ ਸੀਗੀ। ਉਹਨਾਂ ਨੇ ਕਾਫੀ ਪ੍ਰੋਡਕਸ਼ਨ ਕੀਤੀ, ਭਾਵੇਂ ਕਿ ਕਰੋਨਾ ਦੇ ਕੇਸ ਬੰਬੇ ਦੇ ਵਿੱਚ ਬਹੁਤ ਹੈ, ਪਰ ਫਿਰ ਵੀ ਹੌਲੀ ਹੌਲੀ ਉਹ ਕੰਟਰੋਲ ਕਰਨ ਦੇ ਵਿੱਚ ਸਮਰੱਥ ਹੋ ਗਿਆ। ਕੇਸ ਹੁਣ ਵਧਣ ਦੀ ਥਾਂ ਤੇ ਘਟਣੇ ਸ਼ੁਰੂ ਹੋ ਗਏ ਮੁੰਬਈ ਦੇ ਵਿੱਚ ਜੀ। ਉਹਦੇ ਵਿੱਚ ਇਸ ਕਰਕੇ ਸੰਭਵ ਹੋਇਆ ਕਿਉਂਕਿ ਉਹਨਾਂ ਨੇ ਕੁਝ ਅਰੇਂਜਮੈਂਟ ਕਰ ਲਏ ਸੀਗੇ। ਜੇ ਅਰੇਂਜਮੈਂਟ ਨਾ ਕਰਦੇ ਤਾਂ ਬੰਬੇ ਦੀ ਹਾਲਤ ਵੀ ਬੜੀ ਮਾੜੀ ਹੋਣੀ ਸੀ, ਬਹੁਤ ਭਿਆਨਕ ਹੋਣੀ ਸੀਗੀ। ਸਾਨੂੰ ਅਜੇ ਲੱਗਦਾ ਵੀ ਬਹੁਤ ਮੌਤਾਂ ਹੋਈਆਂ, ਪਰ ਉਹਨਾਂ ਨੇ ਪਹਿਲਾਂ ਤੋਂ ਕੁਝ ਅਰੇਂਜਮੈਂਟ ਕੀਤੇ ਹੋਣ ਕਰਕੇ ਆਕਸੀਜਨ ਦੇ, ਕੁਝ ਹਸਪਤਾਲਾਂ ਦੇ, ਇਸ ਕਰਕੇ ਉਹਨਾਂ ਨੇ ਕੁਝ ਕੰਟਰੋਲ ਕਰ ਰਿਹਾ। ਪਰ ਦਿੱਲੀ ਦੇ ਵਿੱਚ ਇਹ ਨਹੀਂ ਹੋਇਆ, ਹੋਰ ਥਾਵਾਂ ਤੇ ਨਹੀਂ ਹੋ ਰਿਹਾ ਜੀ। ਇਸ ਕਰਕੇ ਜੇ ਸਾਡੀ ਕੇਂਦਰ ਸਰਕਾਰ, ਰਾਜ ਸਰਕਾਰਾਂ, ਜੋ ਸੁਪਰੀਮ ਕੋਰਟ ਨੇ ਕਿਹਾ ਵੀ ਹੁਣ ਵੀ ਵੇਲਾ ਮਿਲ ਕੇ ਕੰਮ ਕਰੋ ਜੀ, ਸਾਰਾ ਇਹਨੂੰ ਜੋ ਕੁਝ ਆ ਰਿਹਾ ਮਾਮਲੇ, ਇਹਨਾਂ ਨੂੰ ਜੇ ਮਿਲ ਕੇ ਕੰਮ ਕਰੋਗੇ ਤਾਂ ਸਹੀ ਦਿਸ਼ਾ ਵੱਲ ਜਾ ਸਕੋਗੇ। ਨਹੀਂ ਤਾਂ ਦੂਜੀ ਲਹਿਰ ਚੱਲ ਰਹੀ ਆ, ਫਿਰ ਤੀਜੀ ਦੇ ਆਉਣ ਦਾ ਵੀ ਖਤਰਾ ਹੈਗਾ ਜੀ। ਇਸ ਕਰਕੇ ਹੁਣ ਤੋਂ ਜਿਹੜਾ ਸਾਡੇ ਦੇਸ਼ ਦਾ ਜਿਹੜਾ ਇਹ ਹੈਲਥ ਦਾ ਆਧਾਰੀ ਢਾਂਚਾ, ਇਹਨੂੰ ਮਜ਼ਬੂਤ ਕਰਨਾ ਸ਼ੁਰੂ ਕਰੋ ਜੀ। ਹਰੇਕ ਹਸਪਤਾਲ ਦੇ ਵਿੱਚ, ਜਿਵੇਂ ਹਰਿਆਣੇ ਨੇ ਕੀਤਾ, ਜਿੱਥੇ 50 ਬੈੱਡ ਦਾ ਹਸਪਤਾਲ, ਉਹਨਾਂ ਕਿਹਾ ਵੀ ਉਹਦੇ ਵਿੱਚ ਆਕਸੀਜਨ ਦਾ ਪ੍ਰਬੰਧ ਹੋਣਾ ਚਾਹੀਦਾ ਜੀ। ਤੇ ਅਸੀਂ 50 ਬੈੱਡ ਦਾ, ਜਿਹਦਾ ਵੀ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ, ਉੱਥੇ ਆਕਸੀਜਨ ਦਾ ਪਲਾਂਟ ਲੱਗੇਗਾ। ਇਹਦੇ ਨਾਲ ਲੰਮੇ ਸਮੇਂ ਦੀਆਂ ਕੁਝ ਸਮੱਸਿਆਵਾਂ ਹੱਲ ਹੋਣਗੀਆਂ ਜੀ। ਜੇ ਇਹ ਵੀ ਹਾਲਤ ਹੈਗੀ ਆ, ਜੇ ਕਿਸੇ ਥਾਂ ਦੇ ਉੱਪਰ ਆਕਸੀਜਨ ਹੈਗੀ ਆ, ਉਹਨੂੰ ਚਲਾਉਣ ਵਾਲੇ ਨਹੀਂ ਹੈਗੇ, ਫਿਰ ਵੈਂਟੀਲੇਟਰ ਉਹਨੂੰ ਕਿਵੇਂ ਚਲਾਉਣਾ, ਉਹਦੇ ਲਈ ਜਿਹੜਾ ਸਟਾਫ ਹੋਣਾ ਚਾਹੀਦਾ ਸੀ ਉਹ ਵੀ ਨਹੀਂ ਹੈਗਾ। ਇਹ ਬਹੁਤ ਹੀ ਅਜੀਬ ਕਿਸਮ ਦੀ ਸਾਡੇ ਦੇਸ਼ ਦੀ ਸਿਚੁਏਸ਼ਨ ਹੈ। ਇਸ ਸਿਚੁਏਸ਼ਨ ਦੇ ਵਿੱਚ ਕੁਝ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ, ਜਿਨ੍ਹਾਂ ਦੇ ਰੋਲ ਦੀ ਸ਼ਲਾਘਾ ਕਰਨੀ ਬਣਦੀ ਹੈ, ਜਿਹੜੀਆਂ ਲੋਕਾਂ ਨੂੰ ਮੁਫਤ ਸੇਵਾਵਾਂ ਦੇ ਰਹੀਆਂ। ਉਹਦੇ ਵਿੱਚ ਦਿੱਲੀ ਦੇ 2 ਗੁਰਦੁਆਰੇ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ, ਹੁਣ SGPC ਨੇ ਵੀ ਇਸ ਪਾਸੇ ਵੱਲ ਕੰਮ ਕੀਤਾ ਥੋੜਾ ਜਿਹਾ। ਕੱਲ ਉਹਨਾਂ ਨੇ ਜਿਹੜਾ ਲੁਧਿਆਣੇ ਦੇ ਵਿੱਚ ਜਿਹੜਾ ਆਲਮਗੀਰ ਗੁਰਦੁਆਰਾ, ਉਹਦੇ ਵਿੱਚ ਆਕਸੀਜਨ ਦੇਣੀ ਸ਼ੁਰੂ ਕੀਤੀ ਆ ਜੀ। 50 ਬੈੱਡ ਦਾ ਹਸਪਤਾਲ ਬਣਾਇਆ ਇਸ ਕੰਮ ਲਈ। ਪੰਜਾਬ ਦੇ ਵਿੱਚ ਹੋਰ ਲੋੜ ਹੈ, ਹੋਰ ਇਹੋ ਜਿਹੇ ਕਦਮ ਚੁੱਕੇ ਜਾਣੇ ਚਾਹੀਦੇ ਆ। ਹੋਰ ਸਮਾਜ ਸੇਵੀ ਸੰਸਥਾਵਾਂ, ਜਿਵੇਂ ਚੰਡੀਗੜ੍ਹ ਦੇ ਵਿੱਚ ਇੱਕ 13 ਨਾਂ ਦੀ ਸਮਾਜ ਸੇਵੀ ਜਥੇਬੰਦੀ ਆ, ਜਿਹਨੇ 50 ਬੈੱਡ ਦਾ ਹਸਪਤਾਲ ਬਣਾਇਆ, ਜਿਹਦੇ ਸਾਰਾ ਕੁਝ ਹੀ ਮੁਫਤ ਹੈ। ਤੋ ਇਸ ਤਰੀਕੇ ਨਾਲ SGPC ਨੂੰ ਜਾਂ ਹੋਰ ਜਿਹੜੀਆਂ ਸੰਸਥਾਵਾਂ, ਉਹਨਾਂ ਨੂੰ ਵੱਧ ਚੜ ਕੇ ਮਨੁੱਖਤਾ ਦੀ ਸੇਵਾ ਦੇ ਵਿੱਚ ਅੱਗੇ ਆਉਣਾ ਚਾਹੀਦਾ, ਮਦਦ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜਾ ਲੋਕਾਂ ਦਾ ਜਾਨੀ ਨੁਕਸਾਨ ਹੋ ਰਿਹਾ ਉਹਨੂੰ ਘਟਾਇਆ ਜਾ ਸਕੇ, ਉਹਨੂੰ ਬਚਾਇਆ ਜਾ ਸਕੇ, ਉਸ ਪਾਸੇ ਵੱਲ ਜਾਇਆ ਜਾ ਸਕੇ। ਇਹ ਕਦਮ ਚੁੱਕਣ ਦੀ ਲੋੜ ਹੈਗੀ। ਪਰ ਦੂਜੇ ਪਾਸੇ ਜਦੋਂ ਅਸੀਂ ਠੱਗਾਂ ਦੀ ਗੱਲ ਸੁਣਦੇ ਆ, ਦਿੱਲੀ ਤੋਂ ਇੱਕ ਔਰਤ ਹੈ, ਉਹ ਆਪਣੀ ਮਾਂ ਨੂੰ ਲੈ ਕੇ ਆਉਂਦੀ ਆ, ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਨੂੰ ਬੈੱਡ ਨਹੀਂ ਮਿਲ ਰਿਹਾ, ਇੱਕ ਐਂਬੂਲੈਂਸ ਰਾਹੀਂ ਲੈ ਕੇ ਆਉਂਦੀ ਜੀ। ਮਤਲਬ ਲੁਧਿਆਣੇ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਨੂੰ ਬੈੱਡ ਮਿਲ ਜਾਂਦਾ, ਤੇ ਉਹ ਜਿਹੜਾ ਐਂਬੂਲੈਂਸ ਦਾ ਡਰਾਈਵਰ ਹੈ ਉਹ 1,40,000 ਮਤਲਬ 1,40,000 ਰੁਪਏ ਦੀ ਮੰਗ ਕਰਦਾ। ਲੜਾਈ ਝਗੜੇ ਤੋਂ ਬਾਅਦ ਇਹ ਹੁੰਦਾ ਵੀ 1,20,000 ਦੇ ਉੱਪਰ ਮਾਮਲਾ ਖਤਮ ਹੁੰਦਾ ਜੀ। ਗੁਰੂਗ੍ਰਾਮ ਤੋਂ ਲੁਧਿਆਣਾ ਜੀ। ਹਾਂਜੀ, ਇਹ ਸਾਰਾ ਹੀ ਕਿੰਨਾ ਬਣਦਾ ਸਫ਼ਰ? ਸਾਡੇ ਮੇਰੇ ਖਿਆਲ ਇਹ 350 ਕਿਲੋਮੀਟਰ ਬਣਦਾ, ਤੇ ਲਾਓ ਕਿੰਨਾ ਮਤਲਬ ਓਵਰ ਚਾਰਜ ਕੀਤਾ ਜੀ। ਫਿਰ ਇਹ ਮਾਮਲਾ ਰੌਲਾ ਪਿਆ, ਤੇ ਦਿੱਲੀ ਪੁਲਿਸ ਨੇ ਵਿੱਚ ਪੈ ਕੇ ਜਦੋਂ ਮਾਮਲਾ ਉਹਨਾਂ ਕੋਲ ਪਹੁੰਚਿਆ ਤਾਂ ਉਹਨਾਂ ਨੇ ਉਹ ਪੈਸੇ ਵਾਪਸ ਕਰਾਏ ਜੀ। ਤਾਂ ਅਮਨਦੀਪ ਕੌਰ ਨੇ ਕਿਹਾ ਵੀ ਜਿਹੜਾ ਪੈਸਾ ਇਹ ਆਇਆ, ਮੈਂ ਸਮਾਜ ਸੇਵਾ ਦੇ ਕੰਮਾਂ ਚ ਲਾ ਦੂੰਗੀ, ਜਿਹੜੇ ਹੋਰ ਲੋੜੀਂਦੇ ਹੈਗੇ ਮਰੀਜ਼ ਨੇ ਉਹਨਾਂ ਨੂੰ ਦੇ ਦਿਆਂਗੇ ਜੀ। ਮਤਲਬ ਦਿੱਲੀ ਦੇ ਵਿੱਚ ਜਿਹੜੀ ਐਂਬੂਲੈਂਸ ਹੈ, ਕਦੇ ਇੱਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤੱਕ, ਨੋਇਡਾ ਤੋਂ ਲੈ ਕੇ ਗੁਰੂਗ੍ਰਾਮ ਤੱਕ ਜਿਹੜੀ ਹੈ ਉਹ 1200 ਰੁਪਏ ਤੱਕ ਚੱਲਦੀ ਹੈ, 1500 ਤੱਕ ਚੱਲਦੀ। ਉਹਦੇ ਵੀ ਰੇਟ ਜਿਹੜੇ ਅੱਜ ਕੱਲ 7-7 ਹੋ ਗਏ, 15-15 ਤੱਕ ਪਹੁੰਚ ਗਏ। ਮਤਲਬ ਲੋਕਾਂ ਦੀ ਜਿਹੜੇ ਪੀੜਤ ਹੈ ਉਹਨਾਂ ਦੀ ਕਿਸੇ ਪਾਸੇ ਕਸਰ ਨਹੀਂ ਲੁੱਟ ਕਰਨ ਦੀ। ਡਾਕਟਰ ਜਿਹੜੇ ਕਿ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਲੇ, ਉਹਨਾਂ ਦੀ ਵੀ ਹਾਲਤ ਕੋਈ ਬਿਹਤਰ ਨਹੀਂ ਗੀ। ਉਹਨਾਂ ਦੇ ਵਿੱਚ ਵੀ ਕੁਝ ਡਾਕਟਰ ਜਿਹੜੇ ਆ ਨਕਲੀ ਸ਼ਾਰਟੇਜ ਕਰਕੇ, ਇੱਕ ਕੋਈ ਤਾਂ ਵਾਕਈ ਸ਼ਾਰਟੇਜ ਹੈ ਦਵਾਈਆਂ ਦੀ, ਨਹੀਂ ਮਿਲਦੇ, ਰੈਮਡੇਸਿਵਿਰ ਦਾ ਇੰਜੈਕਸ਼ਨ ਨਹੀਂ ਮਿਲਦਾ ਜੀ, ਕੁਝ ਹੋਰ ਇੰਜੈਕਸ਼ਨ ਨਹੀਂ ਮਿਲਦੇ, ਤੇ ਕੁਝ ਜਿਨ੍ਹਾਂ ਕੋਲ ਹੈਗੇ ਉਹ ਨਕਲੀ ਸ਼ਾਰਟੇਜ ਕਰਕੇ ਲੋਕਾਂ ਦੀ ਮਰੀਜ਼ਾਂ ਦੀ ਲੁੱਟ ਕਰ ਰਿਹਾ। ਮਤਲਬ ਲੋਕਾਂ ਦੇ ਉੱਪਰ ਆਫਤ ਆਈ ਹੋਈ ਹੈ ਜੀ। ਮਤਲਬ ਲੋਕ ਇਸ ਮਹਾਮਾਰੀ ਦਾ ਸਾਹਮਣਾ ਕਰਨ ਲਈ ਉਹਨਾਂ ਨੂੰ ਬਹੁਤ
ਮਾੜੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ। ਇਹਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਜੀ ਉਹਨੂੰ ਐਕਟਿਵ ਰੋਲ ਨਿਭਾਉਣਾ ਚਾਹੀਦਾ। ਜਿਹੜੇ ਵੀ ਇਸ ਕਿਸਮ ਦੇ ਬੰਦੇ ਆ, ਭਾਵੇਂ ਉਹ ਡਾਕਟਰ ਹੋਣ ਭਾਵੇਂ ਕੋਈ ਵੀ ਹੋਵੇ ਜੀ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਬਾਕੀਆਂ ਨੂੰ ਵੀ ਸੰਦੇਸ਼ ਜਾਵੇ ਵੀ ਮਹਾਮਾਰੀ ਦੇ ਵਿੱਚ ਲੋਕਾਂ ਦੀ ਮਦਦ ਕਰਨੀ ਚਾਹੀਦੀ, ਨਾ ਕਿ ਲੁੱਟਣ ਦਾ ਸਾਧਨ ਬਣਾ ਲੈਣਾ ਚਾਹੀਦਾ। ਇਹ ਜਿਹੜੀਆਂ ਗੱਲਾਂ ਬੰਦ ਹੋਣੀਆਂ ਚਾਹੀਦੀਆਂ। ਬੰਦ ਕਰਨ ਲਈ ਸਾਡਾ ਇੱਕ ਢਾਂਚਾ ਹੋਣਾ ਚਾਹੀਦਾ ਜਿਹੜਾ ਸਾਡੇ ਕੋਲ ਨਹੀਂ ਹੈਗਾ ਜੀ। ਸਾਡੇ ਜਿਹੜੇ ਵੱਖ-ਵੱਖ ਥਾਵਾਂ ਦੇ ਹਰ ਕੋਈ ਪਿਆ ਹੋਇਆ ਵੀ ਇਹਦੇ 'ਚ ਕੀ ਹੱਥ ਰੱਖੇ ਜਾ ਸਕਦੇ, ਕੀ ਕੀਤਾ ਜਾ ਸਕਦਾ ਜੀ। ਇਸ ਮਹਾਮਾਰੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਆ, ਵਿਅਕਤੀ ਜਿਹੜੇ ਇੰਡੀਵਿਜੂਅਲ ਇਸ ਕਿਸਮ ਦਾ ਕਰ ਰਹੇ, ਤੇ ਉਹਦੇ ਨਾਲ ਦੂਜੇ ਪਾਸੇ ਜਿਹੜੇ ਕੁਝ ਨਵੇਂ ਜਿਹੜੇ ਆ ਲੋਕ ਜਿਹੜੇ ਆ ਪਦ ਚਿੰਨ੍ਹਾਂ 'ਚ ਚੱਲ ਰਹੇ, ਜਿਹੜੇ ਸਮਾਜ ਸੇਵਾ ਕਰ ਰਹੇ, ਜਿਹੜੇ ਮਰੀਜ਼ਾਂ ਨੂੰ ਕੋਈ ਆਕਸੀਜਨ ਦੇਣ ਲੱਗਾ, ਕੋਈ ਦਵਾਈਆਂ ਦੇਣ ਲੱਗਾ, ਕੋਈ ਸਸਤੇ ਭਾਅ ਡਾਕਟਰ ਨੇ ਜਿਹੜੇ ਇਲਾਜ ਕਰ ਰਹੇ, ਇਹ ਦੋਨੇ ਸਾਡੇ ਪਾਸੇ ਚੱਲ ਰਿਹਾ। ਇਹਦੇ ਵਿੱਚ ਲੋੜ ਇਹ ਆ ਵੀ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। NGO ਜਿਹੜੀਆਂ ਹੋਰ ਮਜ਼ਬੂਤ ਹੋਣੀਆਂ ਚਾਹੀਦੀਆਂ ਤਾਂ ਕਿ ਮਨੁੱਖਤਾ ਦੀ ਸੇਵਾ ਕੀਤੀ ਜਾ ਸਕੇ। ਮਨੁੱਖਤਾ ਦੇ ਉੱਪਰ ਜਿਹੜਾ ਇਹ ਸੰਕਟ ਟੁੱਟਾ, ਜਿਹੜੀ ਮਹਾਮਾਰੀ ਆਈ ਹੈ, ਇਹ 'ਚੋਂ ਬਚ ਕੇ ਨਿਕਲਿਆ ਜਾ ਸਕੇ। ਅਜੇ ਇਹ ਕਿਹਾ ਨਹੀਂ ਜਾ ਸਕਦਾ ਵੀ ਇਹਦੇ 'ਚ ਕਿੰਨੀਆਂ ਮੌਤਾਂ ਹੋਣਗੀਆਂ। ਹਰ ਚੌਥਾ ਜਿਹੜਾ ਮਰਨ ਵਾਲਾ ਭਾਰਤੀ ਹੈ ਜੀ। ਅਜੇ ਇਹ ਹਾਲਤ ਹੈ। ਇਹ ਜਦੋਂ 5 ਲੱਖ ਤੋਂ ਉੱਪਰ ਵੀ ਜਾਣਾ, ਪਰ ਇਹ ਕਿਹਾ ਜਾਂਦਾ ਕਿ ਜਿੰਨਾ ਇਹ ਕੇਸ ਆ ਰਹੇ ਆ ਇਹ ਐਕਚੁਅਲ ਨਹੀਂ ਗੇ, ਇਹਨਾਂ ਤੋਂ ਗਿਣਤੀ ਕਿਤੇ ਵੱਧ ਹੈ ਜੀ। ਜੇ ਉਹ ਸਾਰੀ ਗਿਣਤੀ ਆ ਜਾਏ ਤੇ ਉਹ ਲੁਕਾਈ ਨਹੀਂ ਜਾ ਸਕਣੀ। ਯੂਪੀ ਸਰਕਾਰ ਯਤਨ ਕਰੀ, ਇਹ ਲੁਕਾਈ ਨਹੀਂ ਜਾ ਸਕਣੀ। ਪਿੰਡ ਦੀ ਜਿਹੜੀ ਮੌਤ ਹੁੰਦੀ ਹੈ ਪਿੰਡ ਦੇ ਵਿੱਚ, ਉਹਦਾ ਰਿਕਾਰਡ ਵੀ ਥਾਣਿਆਂ 'ਚ ਜਾਂਦਾ। ਸ਼ਮਸ਼ਾਨ ਘਾਟਾਂ ਦੇ ਵਿੱਚ ਇੱਕ ਵੱਖਰਾ ਰਿਕਾਰਡ ਹੈ। ਕਿੰਨਾ ਕਰੋਗੇ? ਉਹ ਰਿਕਾਰਡ ਤਾਂ ਰਹਿਣਾ ਹੀ ਰਹਿਣਾ ਨਾ, ਉਹ ਰਿਕਾਰਡ ਕੋਈ ਨਹੀਂ ਮਿਲ ਸਕਦਾ। ਤੇ ਸਾਡੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਵੀ ਸਮਝ ਜਾਣਾ ਚਾਹੀਦਾ ਜੀ। ਜਦੋਂ ਇਹ ਜਨਤਾ, ਜਦੋਂ ਚੋਣਾਂ ਹੋਈਆਂ, ਜਦੋਂ ਤੁਸੀਂ ਪਿੰਡਾਂ 'ਚ ਵੋਟਾਂ ਮੰਗਣ ਜਾਓਗੇ ਤਾਂ ਉਦੋਂ ਲੋਕ ਪਿੰਡਾਂ ਵਾਲੇ ਦੱਸਣਗੇ ਵੀ ਇੰਨੇ ਸਾਡੇ ਬੰਦੇ ਮਰੇ ਆ। ਜੇ ਇੱਕ ਪਿੰਡ ਦੇ ਹਰਿਆਣਾ ਦੇ 'ਚ 25 ਮਰ ਗਏ, ਇੱਕ 'ਚ 30 ਮਰ ਗਏ ਜੀ, ਤੇ ਅਜੇ ਤੇ ਮਤਲਬ ਪੀਕ ਵੱਲ ਨੂੰ ਜਾ ਰਿਹਾ ਮਾਮਲਾ, ਹੋਰ ਪਤਾ ਨਹੀਂ ਕਿੰਨੇ ਮਰਨੇ। ਜਿਹੜਾ ਪਿੰਡ 'ਚੋਂ ਇੰਨੇ ਲੋਕ ਗਏ, ਉਹਨਾਂ ਆਗੂਆਂ ਨੂੰ ਪੁੱਛਣਗੇ ਨਹੀਂ ਕੱਲ ਜੀ ਵੀ ਸਾਡੀ ਹਾਲਤ ਜਦੋਂ ਆ ਸੀਗੀ ਤੁਸੀਂ ਕਿੱਥੇ ਸੀ। ਇਸ ਕਰਕੇ ਜਵਾਬ ਦੇਣ ਲਈ ਤਿਆਰ ਹੋਣਾ ਚਾਹੀਦਾ। ਤਿਆਰ ਹੋਣ ਤੋਂ ਪਹਿਲਾਂ ਲੋਕਾਂ ਦੀ ਸੇਵਾ ਲਈ ਜਿਹੜਾ ਉਹ ਅੱਗੇ ਆਉਣਾ ਚਾਹੀਦਾ, ਕਦਮ ਚੁੱਕਣੇ ਚਾਹੀਦੇ ਜੀ। ਜੰਮੂ ਜੀ, ਜਿੱਥੇ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਮਾਖੋਰੀ, ਕਾਲਾ ਬਾਜ਼ਾਰੀ ਨੂੰ ਜਿਹੜਾ ਰੋਕਣਾ ਉਹਨਾਂ ਦਾ ਮੁੱਢਲਾ ਫਰਜ਼ ਹੈ, ਪਰ ਹੁਣ ਜੱਗ ਜ਼ਾਹਰ ਹੋ ਚੁੱਕਿਆ ਕਿ ਸਰਕਾਰਾਂ ਦੇ ਹੁੰਦੇ ਹੋਏ ਜਿਹੜੀ ਰਿਸ਼ਵਤਖੋਰੀ, ਕਾਲਾਖੋਰੀ ਸ਼ਰੇਆਮ ਜਿਹੜੀ ਚੱਲ ਰਹੀ ਹੈ, ਇਸ ਵਿੱਚ ਸਰਕਾਰਾਂ ਕਿੰਨੀਆਂ ਨਾਕਾਮਯਾਬ ਰਹੀਆਂ ਨੇ, ਇਹ ਜੱਗ ਜ਼ਾਹਰ ਹੋ ਚੁੱਕਿਆ। ਜਿਵੇਂ ਕਿ ਹੁਣ ਜਿਵੇਂ ਤੁਸੀਂ ਦੱਸ ਦਿੱਤਾ ਕਿ ਭਾਖੜਾ ਨਹਿਰ ਦੇ ਵਿੱਚ ਜਿਹੜੀ ਬਰਾਮਦ ਹੋਏ ਨੇ ਵੈਕਸੀਨ ਟੀਕੇ ਜਿਹੜੇ, ਜਿਹਦੇ ਵਿੱਚ ਆਪਣੇ 2 ਤਰ੍ਹਾਂ ਦੇ ਪ੍ਰਾਪਤ ਹੋਏ ਨੇ, ਰੈਮਡੇਸਿਵਰ ਅਤੇ ਸੈਫਰੇਪਾਜ਼ੋਨ ਜਿਹੜੇ ਹੋਏ ਨੇ, ਜਿਹਦੇ ਵਿੱਚ ਰਮਡੇਸਵਰ ਦੀ ਕੀਮਤ ਜਿਹੜੇ ਟੀਕੇ ਬਰਾਮਦ ਹੋਏ ਆ, ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਆ, ਉਹਨਾਂ ਦੇ ਉੱਥੇ ਪਹੁੰਚੇ ਸੀ। ਉਸ ਤੋਂ ਇਲਾਵਾ ਡਰੱਗ ਇੰਸਪੈਕਟਰ ਤਜਿੰਦਰ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਕੀਮਤ ਜਿਹੜੀ 5400 ਰੁਪਏ ਲਿਖੀ ਹੋਈ ਸੀ ਟੀਕੇ ਦੇ ਉੱਤੇ, ਇਹਦਾ ਜਿਹੜਾ ਨਿਰਮਾਣ ਹੋਇਆ ਸੀ ਮਾਰਚ 2021 ਲਿਖਿਆ ਹੋਇਆ, ਤੇ ਜਿਹੜੀ ਇਹਦੀ ਐਕਸਪਾਇਰੀ ਡੇਟ ਹੈ, ਖਤਮ ਦੀ ਤਰੀਕ ਨਵੰਬਰ 2021। ਇਸੇ ਤਰ੍ਹਾਂ ਇੱਕ ਹੋਰ ਜਿਹੜੀ ਬਰਾਮਦ ਹੋਈ ਆ ਉਹਦੇ ਵਿੱਚ ਸੈਫਰੇਪਾਜ਼ੋਨ ਜਿਹੜੀ ਹੈਗੀ ਆ, ਉਹਦਾ ਨਿਰਮਾਣ 2021 ਤੋਂ ਲੈ ਕੇ 2023 ਜਿਹੜਾ ਲਿਖਿਆ ਹੋਇਆ ਸੀ। ਤਜਿੰਦਰ ਸਿੰਘ ਡਰੱਗ ਇੰਸਪੈਕਟਰ ਨੇ ਜਿਹੜੇ, ਉਹਨਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਨੂੰ ਲੱਗ ਰਿਹਾ ਹੈ ਪੂਰੀ ਤਰ੍ਹਾਂ ਵੀ ਇਹ ਨਕਲੀ ਹੋ ਸਕਦੇ ਨੇ, ਪਰ ਉਹਨਾਂ ਨੇ ਕਿਹਾ ਕਿ ਇਹਦੀ ਜਾਂਚ ਹੋਣ ਤੋਂ ਬਾਅਦ ਹੀ ਅਸਲੀਅਤ ਜਿਹੜੀ ਸਾਹਮਣੇ ਆਵੇਗੀ। ਜਿਵੇਂ ਜਿਹੜੀ ਕਾਲਾਬਾਜ਼ਾਰੀ ਹੋ ਰਹੀ ਹੈ, ਧੋਖਾਧੜੀ ਹੋ ਰਹੀ ਹੈ, ਇਹਦੇ ਨਾਲ ਹੀ ਜੰਮੂ ਜੀ ਨੇ ਦੱਸਿਆ ਕਿ ਸਮਾਜਿਕ ਸੰਸਥਾਵਾਂ ਨੇ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਨੇ ਜਿਹੜੀਆਂ ਕਿ ਲੋਕਾਂ ਦੀ ਮਦਦ ਕਰ ਰਹੀਆਂ ਇਸ ਵੇਲੇ। ਉਹਨਾਂ ਦੇ ਵਿੱਚ ਜਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਜਿਹੜੀ 100 ਬੈੱਡਾਂ ਦੀ ਸਹੂਲਤ ਕੀਤੀ ਗਈ ਹੈ ਵਿਦ ਆਕਸੀਜਨ, ICU, ਐਮਰਜੈਂਸੀ ਸੇਵਾਵਾਂ ਦੇ ਲਈ। ਉਹਦੇ ਵਾਸਤੇ ਕੀ ਕੁਝ ਕਹਿਣਾ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਇਹ ਵੀਡੀਓ ਬਹੁਤ ਜ਼ਰੂਰੀ ਜਾਣਕਾਰੀ ਆ, ਮੈਨੂੰ ਉਮੀਦ ਆ ਤੁਸੀਂ ਸ਼ੇਅਰ ਵੀ ਕਰੋਗੇ ਤੇ ਸੁਣੋਗੇ ਵੀ। ਇਹ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਲੱਖੀ ਸ਼ਾਹ ਵਣਜਾਰਾ ਹਾਲ ਹੈ ਜਿੱਥੇ ਆਪਾਂ ਖੜੇ ਆ। ਇਹ ਕੋਵਿਡ ਕੇਅਰ ਦੇ 250 ਬੈੱਡ ਦਾ ਉਹ ਹਸਪੀਟਲ ਹੈ ਜਿਸ ਦੀ ਅਸੀਂ ਤਿਆਰੀ ਕਰਕੇ ਇਹ ਸਾਰੇ ਅਸੀਂ ਕੰਮ ਤਿਆਰ ਕਰ ਚੁੱਕੇ ਆ। ਤੁਸੀਂ ਦੇਖੋ ਹਰ ਬੈੱਡ ਦੇ ਨਾਲ 2-2 ਆਕਸੀਜਨ ਕੰਸਨਟ੍ਰੇਟਰ,
ਔਰ ਸਾਰੇ ਇਨਫਰਾਸਟ੍ਰਕਚਰ ਅਸੀਂ ਕੰਪਲੀਟ ਕਰ ਚੁੱਕੇ ਹਾਂ। ਇਹ ਸਾਰਾ ਜਿਹੜੀ ਇਨਫਰਾਸਟ੍ਰਕਚਰ ਆ ਇਹ ਰੈਡੀ ਆ। ਅੱਜ ਦਿੱਲੀ ਸਰਕਾਰ ਦੇ ਹੈਲਥ ਮਿਨਿਸਟਰ ਸ਼੍ਰੀ ਸਤਿੰਦਰ ਜੈਨ ਜੀ ਨੇ ਇਸ ਜਗ੍ਹਾ ਨੂੰ ਵਿਜ਼ਿਟ ਕੀਤਾ। ਉਹਨਾਂ ਨੇ ਸਾਨੂੰ ਬਹੁਤ ਅੱਛਾ ਸਹਿਯੋਗ ਦਿੱਤਾ ਔਰ ਇਹ ਗੱਲ ਕਹੀ ਕਿ ਇਹ ਜਗ੍ਹਾ ਜਿਹੜੀ ਆ ਇਸ ਦਾ ਮੈਕਸਿਮਮ ਯੂਜ਼ ਕੀਤਾ ਜਾ ਸਕੇ ਔਰ ਇੱਥੇ ਜਿਹੜਾ ਕੋਵਿਡ ਪੇਸ਼ੈਂਟ ਆਵੇ ਉਸ ਨੂੰ ਰੈਫਰ ਕਰਕੇ ਅੱਗੇ ਜੜਾਇਆ ਜਾ ਸਕੇ। ਅਗਰ ਆਈਸੀਯੂ ਦੀ ਲੋੜ ਪਵੇ ਉਹਦੇ ਵਾਸਤੇ ਇਹਨੂੰ ਉਹ ਇੱਕ 500 ਬੈੱਡ ਦਾ ਆਈਸੀਯੂ ਹਸਪੀਟਲ ਜੋ ਖੋਲ੍ਹਣ ਜਾ ਰਹੇ ਨੇ ਉਹਦੇ ਨਾਲ ਇਹਨੂੰ ਲਿੰਕ ਕਰਨਗੇ। ਇਸ ਵਾਸਤੇ ਇਸ ਨੂੰ 3 ਦਿਨ ਅਜੇ ਹੋਰ ਚਾਲੂ ਕਰਨ 'ਚ ਲੱਗਣਗੇ। ਉਹਨਾਂ ਨੇ ਕਿਹਾ ਕਿ ਸਾਨੂੰ 10 ਤਰੀਕ ਤੱਕ ਕੋਈ ਨਾ ਆਪਰੇਸ਼ਨ ਕਰਨਗੇ। ਦਿੱਲੀ ਸਰਕਾਰ, ਡਾਕਟਰਸ ਦੀ ਟੀਮ ਵੀ, ਨਰਸਿਸ ਵੀ ਪੂਰੀ ਸਾਡੀ ਹੈਲਪ ਕਰ ਰਹੀ ਆ। ਮੈਂ ਸਮਝ ਸਕਦਾ ਸੰਗਤ ਨੂੰ ਬਹੁਤ ਲੋੜ ਹੈ ਇਸ ਵੇਲੇ, ਪਰ ਇਹ ਕਿਉਂਕਿ ਇੱਕ ਮੈਡੀਕਲ ਫੈਸਿਲਿਟੀ ਆ, ਇਹਨੂੰ ਕਿਸੇ ਜਲਦਬਾਜ਼ੀ 'ਚ ਇਸ ਤਰ੍ਹਾਂ ਸ਼ੁਰੂ ਕਰਕੇ ਕਿਸੇ ਦਾ ਕੋਈ ਨੁਕਸਾਨ ਨਾ ਹੋ ਜਾਏ, ਇਹ ਵੀ ਸਾਡੀ ਚਿੰਤਾ ਹੈ। ਸੋ ਮੈਂ ਦੱਸਣਾ ਚਾਹੁੰਦਾ ਕਿ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਜੋ ਹੈਲਥ ਮਿਨਿਸਟਰ ਸਤਿੰਦਰ ਜੈਨ ਇੱਥੇ ਪਹੁੰਚੇ ਸੀਗੇ, ਉਹਨਾਂ ਨੇ ਸਾਨੂੰ ਅਸ਼ੋਰ ਕੀਤਾ ਹੈ ਕਿ ਇਹ 250 ਬੈੱਡ ਜਿਹੜੇ ਨੇ ਇਹ ਆਈਸੀਯੂ ਨਾਲ ਜੋੜਨਗੇ। ਕਿਸੇ ਪੇਸ਼ੈਂਟ ਨੂੰ ਇੱਥੇ ਲੋੜ ਪੈਗੀ ਉਹਨੂੰ ਤੁਰੰਤ ਆਈਸੀਯੂ ਅੰਦਰ ਸ਼ਿਫਟ ਵੀ ਕੀਤਾ ਜਾਏਗਾ। ਇਸ ਕਰਕੇ ਇਸ ਨੂੰ 2-3 ਦਿਨ ਹੋਰ ਫੈਸਿਲਿਟੀ ਨੂੰ ਕਰਨ 'ਚ ਲੱਗੇਗਾ, ਲੇਕਿਨ ਸਾਡੀ ਸਾਰੀ ਤਿਆਰੀ ਆ। ਸਾਡੀ ਕੋਸ਼ਿਸ਼ ਰਹੇਗੀ ਕਿ 10 ਤਰੀਕ ਦੇ ਤੱਕ ਇਹਨੂੰ ਅਸੀਂ ਤੇ ਚਾਲੂ ਕਰੀਏ। ਮਾਨਵਤਾ ਦੀ ਸੇਵਾ ਲਈ ਜਿੱਥੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਆਪਣਾ ਰੋਲ ਅਦਾ ਕਰ ਰਹੀਆਂ, ਉਹ ਕਦਮ ਸ਼ਲਾਘਾਯੋਗ ਹੈ। ਅਜਿਹੇ ਕਦਮ ਹੋਣੇ ਚਾਹੀਦੇ ਨੇ ਕਿਉਂਕਿ ਇਸ ਵੇਲੇ ਮਨੁੱਖਤਾ ਦੀ ਸੇਵਾ ਦੀ ਵੱਡੀ ਲੋੜ ਹੈ, ਜਿਸ ਦੇ ਵਿੱਚ ਕਈ ਸੰਸਥਾਵਾਂ ਜਿਹੜੀਆਂ ਆਪਣਾ ਮਹੱਤਵਪੂਰਨ ਰੋਲ ਅਦਾ ਕਰ ਰਹੀਆਂ ਨੇ। ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਨਿਰੰਤਰ ਇਹ ਸੇਵਾਵਾਂ ਜਿਹੜੀਆਂ ਆਪਣੀ ਜਾਰੀ ਰੱਖਣਗੇ। ਅਸੀਂ ਹੋਰ ਵਿਸ਼ਿਆਂ 'ਤੇ ਵੀ ਗੱਲਬਾਤ ਕਰਾਂਗੇ। ਇਸ ਵੇਲੇ ਅਸੀਂ ਤੁਹਾਡੇ ਕੋਲੋਂ ਬ੍ਰੇਕ ਲੈਂਦੇ ਹਾਂ ਤੇ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ।